सत श्री अकाल। न्यूज़ 18 पंजाब देख रहे सारे दर्शकों का स्वागत है। मैं हाँ विजय बराड़। पहला एक खबर, दुखदाई खबर, मंदभागी खबर हुशियारपुर तो। हुशियारपुर के टांडा दे विच दरिंदगी दियां सारियां हद्दां पार कर दित्तियां गईयां जदों एक मासूम बच्ची का बेरहमी नाल कतल कर दिता गया। 5 साल की मासूम बच्ची जिसनूं अग दे हवाले कर दिता गया और लाश ते बोरियां ते कागज रख के अग लगाई गई। कतल तो पहला बलात्कार का शक जताया जा रहा है। 5 साल की बच्ची का मर्डर होया जिस दी जली हुई लाश, सड़ी हुई लाश बरामद हुई है और लाश ते कागज ते बोरियां रख के अग लाई गई है। तस्वीरां दिल नूं दहलाउण वालियां ने, इस करके असी तस्वीरां तुहानूं दिखा नहीं सकते। इन्ना ज्यादा जड़ियां ये दिल दहलाऊ तस्वीरां ने। एक 5 साल की बच्ची जिसका कतल कर दिता गया, शक जताया जा रहा है कि उस नाल पहला बलात्कार किया गया, उस तो बाद उसका कतल किया गया। 5 साल की मासूम नूं अग दे हवाले कर दिता गया। बेहद दिल दहलाउण वालियां दरिंदगी नूं दर्शाउंदियां तस्वीरां ने कि एक इंसान किस हद तक गिर सकता है, किस हद तक दरिंदगी दीयां हद्दां नूं पार कर सकता है, वो इन्हां तस्वीरां नूं देख के पता चलता है। हुशियारपुर के टांडा की घटना दसी जा रही है जिथे दरिंदगी दीयां सारियां हद्दां पार कीतियां गईयां। 5 साल की मासूम बच्ची दे नाल 5 साल की मासूम बच्ची का बलात्कार करन दा शक है। पुलिस हालांकि वख-वख पहलुआं तो जांच कर रही है पर लाश बरामद हुई है, सड़ी हुई लाश जिस ते कागज ते बोरियां रख के अग लाई गई सी। वो समान जिहड़ा कोलों बरामद होया लाश तो उस तो पता लगता है कि बोरियां गट्टे रखे हुए सी जिहड़े अध जले हुए ने और उस नाल लाश नूं साड़न दी कोशिश की गई है। उस बच्ची नूं 5 साल की मासूम बच्ची नूं साड़न की कोशिश की गई है। दीपक बहल साडे सहयोगी जुड़े ने हुशियारपुर तो होर जानकारी दे लई। दीपक, जानना चाहांगे पूरा मामला विस्तार दे नाल, कौन सी ये बच्ची और की पुलिस जांच दे विच हुण तक निकल के आया, किसी नूं फड़िया भी गया? विजयपाल, बहुत ही हौलनाक घटना अज हुशियारपुर के टांडा दे विच घटी है जदों 5 साल की एक मासूम बच्ची ਜਿਹੜੀ ਕਿ ਜਲਾਲਪੁਰ ਪਿੰਡ ਦੇ ਵਿੱਚ ਰਹਿੰਦੀ ਸੀ, ਜਿਸ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਕਾਗਜ਼ਾਂ ਦੀ ਮਦਦ ਦੇ ਨਾਲ ਜ਼ਿੰਦਾ ਜਲਾ ਦਿੱਤਾ ਗਿਆ। ਮੈਂ ਤੁਹਾਨੂੰ ਫਿਰ ਦੁਬਾਰਾ ਨਿਊਜ਼ 18 ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਖਬਰ ਦੇਣਾ ਚਾਹੁੰਦਾ ਕਿ ਹੌਲਨਾਕ ਘਟਨਾ ਜਿਹੜੀ ਇਹ ਵਾਪਰੀ ਹੈ, ਉਸ ਦੌਰਾਨ 5 ਸਾਲ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਜਲਾ ਕੇ ਦਰਿੰਦਗੀ ਭਰਪੂਰ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੇ ਬਾਰੇ ਦੇ ਵਿੱਚ ਜਿੱਦਾਂ ਹੀ ਪਿੰਡ ਦੇ ਵਿੱਚੋਂ ਲੋਕਾਂ ਤੋਂ ਪਤਾ ਲੱਗਾ, ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਪੁਲਿਸ ਤੇ ਟਾਂਡਾ ਦੀ ਪੁਲਿਸ ਹਰਕਤ 'ਚ ਆਈ, ਜਿਸ ਤੋਂ ਬਾਅਦ ਜਲਾਲਪੁਰ ਪਿੰਡ ਜਾ ਕੇ ਜਦੋਂ ਸਾਰੀ ਜਾਣਕਾਰੀ ਇਕੱਤਰ ਕੀਤੀ ਲਾਸ਼ ਬੋਰੀਆਂ ਦੇ ਵਿੱਚੋਂ ਬਰਾਮਦ ਕੀਤੀ। ਉਹਦਾ ਅੱਧ ਜਲਿਆ ਸ਼ਵ ਜਿਹੜਾ ਸੀਗਾ ਪੁਲਿਸ ਨੇ ਬਰਾਮਦ ਕਰ ਲਿਆ। ਬਰਾਮਦ ਕਰਨ ਤੋਂ ਬਾਅਦ ਹੁਣ ਉਹ ਡਾਕਟਰਾਂ ਦਾ ਬੋਰਡ ਬਿਠਾ ਕੇ ਪੋਸਟਮਾਰਟਮ ਲਈ ਉਸਦੇ ਸ਼ਵ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਜਾ ਗਿਆ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਲੜਕੀ ਦਾ ਕਤਲ ਕਰਨ ਤੋਂ ਪਹਿਲਾਂ ਕੀ ਉਸਦੇ ਨਾਲ ਕੋਈ ਹੈਵਾਨੀਅਤ ਦਾ ਨੰਗਾ ਨਾਸ਼ਤਾ ਨਹੀਂ ਕੀਤਾ ਗਿਆ। ਬਹਿਰਹਾਲ ਲੜਕੀ ਤੇ ਲੜਕੀ ਦਾ ਫਾਦਰ ਜਿਸ ਸੁਰਜੀਤ ਸਿੰਘ ਦੀ ਹਵੇਲੀ ਦੇ ਵਿੱਚ ਇਹ ਅੰਜਾਮ ਦਿੱਤਾ ਗਿਆ ਘਟਨਾ ਨੂੰ, ਬਹਿਰਹਾਲ ਸੁਰਜੀਤ ਸਿੰਘ ਨੂੰ ਪੁਲਿਸ ਨੇ ਆਪਣੇ ਕੋਲੇ ਅਰੈਸਟ ਕਰ ਲਿਆ ਤੇ ਉਸ ਕੋਲੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਕਿ ਉਸ ਦਾ ਪੁੱਤਰਾ, ਕਿਉਂਕਿ ਮ੍ਰਿਤਕ ਲੜਕੀ ਦੀ ਮਾਂ ਵੱਲੋਂ ਇਸ ਗੱਲ ਦਾ ਖਦਸ਼ਾ ਜਤਾਇਆ ਗਿਆ ਸੀ ਕਿ ਜਿੱਥੇ ਉਸ ਦੀ ਲੜਕੀ, ਉਸ ਦਾ ਪਿਤਾ ਅਤੇ ਮੈਂ ਕੰਮ ਕਰ ਰਹੇ ਹਾਂ, ਉਸੇ ਹਵੇਲੀ ਦੇ ਨਾਲ ਦੀ ਹਵੇਲੀ ਦੇ ਵਿੱਚ ਸੁਰਜੀਤ ਸਿੰਘ ਦਾ ਪੋਤਰਾ ਉਸ ਦੀ ਲੜਕੀ ਨੂੰ ਲੈ ਕੇ ਗਿਆ ਸੀ, ਜਿਸ ਤੋਂ ਬਾਅਦ ਲੜਕੀ ਦੀ ਸਾਰਾ ਦਿਨ ਤਲਾਸ਼ ਚੱਲਦੀ ਰਹੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਲੜਕੀ ਦੀ ਜਿਹੜੀ ਲਾਸ਼ ਹੈ ਉਹ ਹਵੇਲੀ ਦੇ ਵਿੱਚ ਹੈ ਔਰ ਲੜਕੀ ਦਾ ਅੱਧ ਜਲਿਆ ਜਿਹੜਾ ਸ਼ਵ ਹੈ ਪੁਲਿਸ ਨੇ ਬਹਿਰਹਾਲ ਆਪਣੇ ਕਬਜ਼ੇ ਵਿੱਚ ਲੈ ਲਿਆ। ਡਾਕਟਰ ਦਾ ਪੋਸਟਮਾਰਟਮ ਬੋਰਡ ਬੈਠ ਗਿਆ ਤੇ ਜਲਾਲਪੁਰ ਦੇ ਵਿੱਚ ਇਸ ਵੇਲੇ ਲੋਕਾਂ ਦਾ ਇਸ ਘਟਨਾ ਨੂੰ ਲੈ ਕੇ ਜਮਘਟ ਪੂਰੀ ਤਰ੍ਹਾਂ ਬਣਿਆ ਹੋਇਆ। ਜੀ ਵਜੇਪਾਲ। ਔਰ ਕੀ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਦੀਪਕ? ਕੋਈ ਕਿਸੇ ਨੂੰ ਅਰੈਸਟ ਵੀ ਕੀਤਾ ਹੈ? ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਦੇ ਨਾਂ ਦੇ ਉੱਤੇ ਬਹਿਰਹਾਲ ਸਭ ਤੋਂ ਪਹਿਲਾਂ ਜਿਹੜਾ ਸ਼ਵ, ਕਿਉਂਕਿ ਬਹੁਤ ਜ਼ਿਆਦਾ ਸ਼ੱਕ ਵਿਸ਼ਕ ਹੋਇਆ ਪਿਆ ਸੀ, ਅੱਧ ਜਲਿਆ ਸ਼ਵ ਸੀ, ਪੁਲਿਸ ਲਈ ਵੱਡੀ ਸਰਦਰਦੀ ਸੀ ਕਿ ਉਸ ਦਾ ਸ਼ਵ ਜਿਹੜਾ ਸਭ ਤੋਂ ਪਹਿਲਾਂ ਬਰਾਮਦ ਕਰਕੇ ਉਸ ਨੂੰ ਸਿਵਲ ਹਸਪੀਟਲ 'ਚ ਪੋਸਟਮਾਰਟਮ ਲਈ ਲਿਆ ਜਾਏ। ਪਰ ਜਿਸ ਲੜਕੇ ਦੇ ਬਾਰੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਆਰੋਪ ਲੱਗ ਰਹੇ ਆ, ਬਹਿਰਹਾਲ ਉਸ ਦੇ ਦਾਦੇ ਸੁਰਜੀਤ ਸਿੰਘ ਨੂੰ ਟਾਂਡਾ ਪੁਲਿਸ ਨੇ ਅਰੈਸਟ ਕਰ ਲਿਆ ਤੇ ਅਗਲੇਰੀ ਜਾਂਚ ਜਿਹੜੀ ਆ ਉਹ ਨਾਲ ਦੇ ਨਾਲ ਸ਼ੁਰੂ ਕਰ ਦਿੱਤੀ ਹੈ। ठीक है दीपक, धन्यवाद इस जानकारी दे लई। टांडा तो यह खबर जिस तरीके नाल साडे सहयोगी दीपक बहल ने जानकारी दी है कि एक मासूम बच्ची 5 साल की जिसनों
ਜਿੰਦਾ ਜਲਾ ਦਿੱਤਾ ਗਿਆ। ਉਸ ਬਾਰੇ ਜੋ ਖੁਲਾਸਾ ਹੋਇਆ ਹੈ, ਜੋ ਉਸਦੇ ਪਰਿਵਾਰ ਦੇ ਮੁਤਾਬਕ ਕਿ ਉਹਨਾਂ ਦੇ ਗੁਆਂਢ 'ਚ ਰਹਿੰਦੇ ਇੱਕ ਵਿਅਕਤੀ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਇਸ ਦਰਿੰਦਗੀ ਦੇ ਵਾਕਿਆ ਨੂੰ ਅੰਜਾਮ ਦਿੱਤਾ ਗਿਆ ਔਰ ਉਸ ਲੜਕੇ ਦੇ ਦਾਦੇ ਨੂੰ गिरफ्तार किया गया है पुलिस वालों। बाकी अगे की कार्रवाई पुलिस वालों की जा रही है। 5 साल की मासूम जिसकी सड़ी हुई लाश बरामद हुई है। ते अगली खबर का रुख करते हाँ झज्जर तो यह खबर है, बैंक डकैती दियां कुछ लाइव तस्वीरां सामने आईयां ने। दरअसल कुछ लुटेरियां ने बैंक च दाखिल होकर पहला फायरिंग की ते फिर 7 लाख रुपए की लुट नूं अंजाम दे के फरार हो गए। इस डकैती दौरान ग्राहक भी सहमे हुए जमीन ते बैठे दिखाई दिते। पूरी घटना की CCTV फुटेज सामने आई है। पुलिस वालों हुण लुटेरियां की भाल की जा रही है। झज्जर तो ये वारदात दियां तस्वीरां ने लुट की घटना दियां। 7 लाख रुपए की लुट हुई है। जदों लुटेरे बैंक च दाखिल होए तां उन्हां वल्लों पहला फायरिंग की गई बैंक दे विच। ये तस्वीरां ने जिहड़े ग्राहक बैंक दे विच आए हुए सी अपने कामकाज दे लई, सरकारी कामकाज दे लई, उन्हां ग्राहकां नूं थल्ले बिठा दिता गया जमीन ते। सारे डरे सहमे हुए जमीन ते बैठ के, जिन्हां ने मास्क पाए हुए सी लुटेरे, हत्थ विच रिवाल्वर सी, पिस्तौल सी, वो बैंक दे विच दाखिल हुंदे ने और उस तो बाद 7 लाख रुपए लुट के फरार हो जाते हैं। ये CCTV तस्वीरां दे विच पूरी जिहड़ी वारदात है वो कैद हुई है। CCTV तस्वीरां असीं दिखा रहे हैं। झज्जर दा यह वाਕਿਆ है ਜਦੋਂ बैंक ਦੇ ਵਿੱਚ ਲੁਟੇਰੇ ਦਾਖਲ ਹੋਏ ਤੇ ਉਹਨਾਂ ਵੱਲੋਂ ਪਹਿਲਾਂ ਫਾਇਰਿੰਗ ਵੀ ਕੀਤੀ ਗਈ। ਉਸ ਤੋਂ ਬਾਅਦ 7 ਲੱਖ ਰੁਪਏ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ। ਮੂੰਹ ਬੰਨੇ ਹੋਏ ਸੀ, ਕਾਲਾ ਕੱਪੜਾ ਇਹਨਾਂ ਨੇ ਮੂੰਹ ਤੇ ਬੰਨਿਆ ਹੋਇਆ ਸੀ। ਇਹਨਾਂ ਲੁਟੇਰਿਆਂ ਨੇ ਬੈਗ ਇਹਨਾਂ ਦੇ ਟੰਗੇ ਹੋਏ ਸੀ। ਇੱਕ ਕੋਲ ਬੰਦੂਕ ਸੀ ਔਰ ਦੂਸਰਿਆਂ ਦੇ ਕੋਲ ਰਿਵਾਲਵਰ ਸੀ, ਪਿਸਟਲ ਸੀ। ਇਹਨਾਂ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਤਸਵੀਰਾਂ ਦੇ ਵਿੱਚ 3 ਲੁਟੇਰੇ ਜਿਹੜੇ ਸੀ, 3 ਤੋਂ 4 ਲੁਟੇਰੇ नजर आ रहे हैं जिन्होंने इस पूरी घटना नूं अंजाम दिता। झज्जर दे एक बैंक दे विच दाखिल होए उस दियां यह लाइव CCTV तस्वीरां जड़ियां ने वो असीं दिखा रहे हाँ। बैंक डकैती दा ये पूरा वाकिया कि जिहड़े लोग बैंक दे विच अपने कामकाज दे लई, रोजाना दे कामकाज दे लई आए हुए सी, उन्हां लोकां नूं एक साइड ते थल्ले बिठा दिता गया। प्रदीप धनखड़ साडे सहयोगी जुड़े ने फोन लाइन ते। प्रदीप, विस्तार से जानना चाहेंगे इस पूरी घटना के बारे में। कितने बजे का ये वाकया है और क्या अभी तक पुलिस ट्रेस कर पाई है किसी व्यक्ति को? जी विजयपाल, झज्जर में बदमाशों के हौसले बिल्कुल बुलंद हैं। आज की ये वारदात है। 11:05 पर लुटेरे माछरोली गांव से PNB बैंक की शाखा में दाखिल हुए हैं। सभी ने चेहरे को काले कपड़े से ढक रखा था, साथ में उन्होंने अपने हथियार भी ले रखे थे। इतना ही नहीं, जब बैंक में वो घुसने लगे तो उन्होंने पहले गार्ड पर वार किया है, उसकी बंदूक को छीना है और उसके बाद जो अंदर ग्राहक थे उन सभी को डराया है, धमकाया है, नीचे जमीन पर बैठाया है और काउंटर से। और इतना ही नहीं, जो बैंक में कैश अवेलेबल था 7,11,000 रुपए के आसपास, वो कैश लेकर फरार हो गए हैं। मोटरसाइकिलों पर सवार होकर 5 बदमाश आए थे, जिनमें से एक का चेहरा CCTV में साफ दिखाई दे रहा है। CCTV फुटेज में साफ तौर पर देखा जा सकता है कि ये बदमाश बिल्कुल बेखौफ हैं और इन्हें किसी का डर नहीं है। पुलिस की नाक के नीचे से वो पैसे लेकर भाग गए हैं। अब तक पुलिस उनका सुराग लगाने में बिल्कुल भी जो है कामयाब नहीं हो पाई है। फिलहाल पुलिस के हाथ बिल्कुल खाली है। नाकेबंदी हालांकि पुलिस की ओर से की गई थी, लेकिन किसी भी आरोपी को अब तक ना तो पहचाना गया है और ना ही उन्हें गिरफ्तार किया गया है। जी विजयपाल। और पैसों का पूरा पता चल गया, कितने पैसे गायब हुए? कोई बैंक की तरफ से जानकारी दी गई हो? जी विजयपाल, फिलहाल जो प्रारंभिक जो जांच है उसमें सामने आया कि 7,11,000 रुपए के आसपास की राशि है, जिसे नकाबपोश बदमाश लूटकर फरार हुए। हथियारों के दम पर उन्होंने इस वारदात को अंजाम दिया और बड़ी आसानी से वे फरार हो गए और पुलिस के हाथ अब तक इस पूरे मामले में खाली हैं। पुलिस किसी भी आरोपी को अब तक गिरफ्तार नहीं कर पाई है। हालांकि जो आरोपी है, एक का चेहरा CCTV फुटेज में साफ दिखाई दे रहा है। तो क्या कोई सिक्योरिटी गार्ड नहीं था प्रदीप उस समय? जी, सिक्योरिटी गार्ड तैनात था PNB बैंक की शाखा में, बाहर ही वो तैनात था। उसके हाथ में एक बंदूक थी। पहले जो हमलावर है उन्होंने गार्ड के पीछे से वार किया, पिस्तौल के बट से उसके सिर में वार किया और उसकी बंदूक छीनकर ही जो है बदमाश अंदर बैंक के अंदर दाखिल हुए हैं। जिसके बाद उन्होंने वहां पर जो मौजूद थे ग्राहक थे उन सभी को डराया, धमकाया, उन्हें नीचे बैठने पर मजबूर किया और इस पूरी वारदात को महज 1 से 1.5 मिनट के अंदर ही वो अंजाम देकर मौके से फरार हो गए। 2 मोटरसाइकिलों पर सवार होकर 5 बदमाश आए थे। ठीक है, ठीक है। बहुत बहुत धन्यवाद प्रदीप इस पूरी जानकारी दे लई। तां झज्जर तो ये बैंक डकैती दियां
ਤਸਵੀਰਾਂ ਨੇ ਜਿੱਥੇ 5 ਲੁਟੇਰੇ, ਜਿਵੇਂ ਸਾਡੇ ਸਹਿਯੋਗੀ ਪ੍ਰਦੀਪ ਧਨਕੜ ਦੱਸ ਰਹੇ ਸੀ, 5 ਲੁਟੇਰੇ ਬੈਂਕ 'ਚ ਦਾਖਲ ਹੋਏ, 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਹਿਲਾਂ ਗਾਰਡ ਤੇ ਹਮਲਾ ਕੀਤਾ, ਉਸ ਦੀ ਬੰਦੂਕ ਖੋਲੀ, ਉਸ ਤੋਂ ਬਾਅਦ ਬੈਂਕ 'ਚ ਗਏ ਔਰ 1.5 ਮਿੰਟ ਦੇ ਵਿੱਚ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ 7 ਲੱਖ ਤੋਂ ਜ਼ਿਆਦਾ ਦੀ ਰਕਮ ਲੁੱਟ ਕੇ ਫਰਾਰ ਹੋ ਗਏ। ਪੁਲਿਸ ਹੁਣ ਇਹਨਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ। ਕੁਰੂਕਸ਼ੇਤਰ ਤੋਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਹਾਦਸੇ ਦੀਆਂ। ਇਸ ਹਾਦਸੇ ਦੇ ਵਿੱਚ ਇੱਕ ਬੱਚਾ ਵਾਰ-ਵਾਰ ਬਚ ਗਿਆ। ਟਰੱਕ ਤੇ ਬੱਚੇ ਨੂੰ ਟੱਕਰ ਮਾਰੀ ਔਰ ਟਰੱਕ ਥੱਲੇ ਆਉਣ ਦੇ ਬਾਵਜੂਦ ਇਸ ਬੱਚੇ ਦੀ ਜਾਨ ਬਚ ਗਈ। ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ। ਇੱਕ ਟਰੱਕ ਦੇ ਹੇਠ ਜਦੋਂ ਬੱਚਾ ਆ ਗਿਆ, ਪਰ ਜਿਵੇਂ ਕਹਿੰਦੇ ਆ ਕਿ ਜਿਸ ਨੂੰ ਰੱਬ ਰੱਖੇ ਉਸ ਨੂੰ ਕੌਣ ਮਾਰੇ। ਕੋਈ ਜਿਸ ਤੇ ਪ੍ਰਮਾਤਮਾ ਦਾ ਹੱਥ ਹੁੰਦਾ ਉਸ ਨੂੰ ਵੱਡੇ ਐਕਸੀਡੈਂਟ ਤੋਂ ਬਾਵਜੂਦ ਵੀ ਬਚਾਅ ਹੋ ਜਾਂਦਾ ਹੈ। ਇਹ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਟਰੱਕ ਨਾਲ ਟੱਕਰ ਹੋਈ। ਇੱਕ ਟਰੱਕ ਆਉਂਦਾ, ਇਹ ਵੀ ਸੀਸੀਟੀਵੀ ਤਸਵੀਰਾਂ ਨੇ ਔਰ ਉਹ ਬੱਚਾ ਉਸ ਟਰੱਕ ਦੇ ਥੱਲੇ ਆ ਜਾਂਦਾ। 2 ਬੱਚੇ ਦਿਖਾਈ ਦੇ ਰਹੇ ਨੇ ਪਰ ਇੱਕ ਬੱਚਾ ਟਰੱਕ ਦੇ ਥੱਲੇ ਆ ਗਿਆ, ਪਰ ਸਹੀ ਸਲਾਮਤ ਉਸ ਬੱਚੇ ਨੂੰ ਟਰੱਕ ਦੇ ਹੇਠੋਂ ਕੱਢ ਲਿਆ ਗਿਆ, ਉਸ ਦੀ ਜਾਨ ਬਚ ਗਈ। ਇਹ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਕੁਰੂਕਸ਼ੇਤਰ ਤੋਂ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਸੀਸੀਟੀਵੀ ਤਸਵੀਰਾਂ ਨੇ ਜਿੱਥੇ ਇਸ ਬੱਚੇ ਦੀ ਜਾਨ ਬਚ ਗਈ। ਅਸ਼ੋਕ ਯਾਦਵ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ। ਅਸ਼ੋਕ, ਇਹ ਕਦੋਂ ਦਾ ਇਹ ਵਾਕਿਆ ਹੈ? ਪੂਰਾ ਵਾਕਿਆ समझना चाहेंगे। और बच्चा ठीक ठाक है? बिल्कुल जी, बच्चा देखिए अभी बिल्कुल ठीक ठाक है और बच्चा काफी डरा सहमा हुआ था, क्योंकि जिस तरह से वो ट्रक, कितना बड़ा ट्रक होता है और 10-12 ट्रक के जो पहिए होते हैं उनके नीचे आना, अपने आप में बच्चा सकुशल है, काफी डरा सहमा हुआ है। हालांकि परिजनों ने बड़े डर के साथ मीडिया के साथ बातचीत की और परिजन एक बार खुद कह रहे हैं कि आज कहीं ना कहीं उनके साथ करिश्मा साबित हुआ है, जिस तरह से उनका बच्चा सकुशल बचा हुआ है। मगर ये सारा घटनाक्रम पास में लगे सीसीटीवी में कैद हो गया। तो ये दोनों बच्चे एक ही परिवार के थे? सीसीटीवी में जो 2 बच्चे नजर आ रहे हैं जी, ये परिवार के इकट्ठे एक ही परिवार के साथ एक साथ में घर है, वहीं और पड़ोस का बच्चे थे और आपस में खेल रहे थे। खेलते खेलते वो सड़क से दूसरी पार जा रहे थे, तभी रास्ते में ट्रक आ गया और ट्रक के पास ही हादसा हुआ। मगर भगवान की किस्मत कहें या ऊपर वाले करिश्मा कहें कि बच्चे को बिल्कुल भी खरोच नहीं आई है। ठीक है अशोक, धन्यवाद इस जानकारी ਦੇ ਲਈ। ਤਾਂ ਇਹ ਵੀ ਤਸਵੀਰਾਂ ਕਈ ਵਾਰ ਵਿਸ਼ਵਾਸ ਨੂੰ ਹੋਰ ਪੱਕਾ ਕਰਦੀਆਂ ਨੇ, ਜਦੋਂ ਕਹਿੰਦੇ ਆ ਕਿ ਜਿਸ ਨੂੰ ਰੱਬ ਬਚਾਵੇ ਉਸ ਨੂੰ ਕੌਣ ਮਾਰੇ। ਜਿਸ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ, ਜਿਸ ਨੂੰ ਪੰਜਾਬੀ 'ਚ ਕਹਿ ਦਿੰਦੇ ਆ ਕਿ ਜਿਸ ਦੀ ਵਧੀ ਹੁੰਦੀ ਹੈ, ਉਹ ਐਡੇ ਵੱਡੇ ਹਾਦਸੇ ਦੇ ਬਾਵਜੂਦ ਵੀ ਬਚ ਜਾਂਦੇ ਨੇ। ਇਹ ਸੀਸੀਟੀਵੀ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ। ਤੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਣੇ ਆ।